ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਭ ਸੰਗਤਾਂ ਦੇ ਨਾਲ ਭਾਈ ਸਾਲੋ ਜੀ ਦੀ ਸਾਖੀ ਸਾਂਝੀ ਕਰਨ ਲੱਗੇ ਹਾਂ। ਭਾਈ ਸਾਲੋ ਜੀ ਦਾ ਆਗਮਨ ਭਾਈ ਦਿਆਲ ਜੀ ਅਤੇ ਮਾਤਾ ਸੁਖਦੇਈ ਜੀ ਦੇ ਘਰ ਪਿੰਡ ਧੌਲਾ ਕਾਂਗੜ ਮਾਲਵੇ ਦੇਸ਼ ਵਿੱਚ ਹੋਇਆ। ਜਦੋਂ ਭਾਈ ਸਾਹਿਬ ਜੀ ਦਾ ਆਗਮਨ ਹੋਇਆ ਉਸ ਸਮੇਂ ਹਮਾਯੂੰ ਤੇ ਸ਼ੇਰ ਸ਼ਾਹ ਸੂਰੀ ਵਿੱਚ ਆਪਸੀ ਜੰਗ ਕਰਕੇ ਕਈ ਪਿੰਡ ਤਬਾਹ ਹੋ ਗਏ, ਜਿਨ੍ਹਾਂ ਵਿੱਚ ਪਿੰਡ ਧੌਲਾ ਕਾਂਗੜ ਵੀ ਸੀ। ਇਸ ਲਈ ਆਪ ਜੀ ਦੇ ਮਾਤਾ ਪਿਤਾ ਪਰਿਵਾਰ ਸਮੇਤ ਮਜੀਠੇ, ਜੋ ਕਿ ਸ੍ਰੀ ਅੰਮ੍ਰਿਤਸਰ ਤੋਂ 9 ਮੀਲ ਦੀ ਦੂਰੀ ਤੇ ਹੈ, ਉੱਥੇ ਆਣ ਵਸੇ। ਭਾਈ ਸਾਲੋ ਜੀ ਦੇ ਮਾਤਾ ਪਿਤਾ ਸਖੀ ਸਰਵਰ ਦੇ ਉਪਾਸਕ ਸਨ। ਇੱਕ ਵਾਰੀ ਨਿਗਾਹੇ ਸਖੀ ਸਰਵਰ ਦੀ ਜ਼ਿਆਰਤ ਕਰਨ ਗਏ ਤੇ ਮਨ ਵਿੱਚ ਫੁਰਨਾ ਬਣਿਆ, ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਵਿਖੇ ਸਰੋਵਰ ਦੀ ਰਚਨਾ ਕਰਵਾ ਰਹੇ ਹਨ। ਸੰਗਤਾਂ ਸੇਵਾ ਤੇ ਦਰਸ਼ਨ ਕਰਨ ਜਾਂਦੀਆਂ ਹਨ, ਅਸੀਂ ਵੀ ਦਰਸ਼ਨ ਕਰ ਲਈਏ। ਜਦੋਂ ਦਰਸ਼ਨ ਹਿੱਤ ਗੁਰੂ ਰਾਮਦਾਸ ਜੀ ਕੋਲ ਪਹੁੰਚੇ ਤਾਂ ਜਾਣੀ ਜਾਣ ਸਤਿਗੁਰੂ ਜੀ ਨੇ ਇਹਨਾਂ ਵੱਲ ਤੱਕ ਕੇ ਇਹ ਕਿਹਾ, ਪੀਰ ਦੀ ਜ਼ਿਆਰਤ ਨਾਲੋਂ ਸੇਵਾ ਕਰਕੇ ਜਨਮ ਸਫਲਾ ਕਰੋ, ਬਸ ਫਿਰ ਕੀ ਸੀ। ਬਾਬਾ ਜੀ ਦੇ ਮਾਤਾ ਪਿਤਾ ਤੇ ਭਾਈ ਸਾਲੋ ਜੀ ਗੁਰੂ ਜੀ ਦੇ ਚਰਣੀ ਢਹਿ ਪਏ। ਸਤਿਗੁਰੂ ਜੀ ਨੇ ਥਾਪੜਾ ਦਿੱਤਾ ਤੇ ਨਿੱਕੇ ਬਾਲ ਭਾਈ ਸਾਲੋ ਜੀ ਨੂੰ ਕੋਲ ਰੱਖ ਲਿਆ ਤੇ ਮਾਤਾ ਪਿਤਾ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਵਾਪਸ ਮਜੀਠੇ ਆ ਗਏ। ਗੁਰੂ ਰਾਮਦਾਸ ਜੀ ਨੇ ਆਪ ਜੀ ਦਾ ਅਥਾਹ ਪਿਆਰ ਤੇ ਸੇਵਾ ਵੇਖ ਕੇ ਆਪ ਜੀ ਨੂੰ ਵਰ ਦਿੱਤਾ, ਰਾਮਦਾਸ ਗੁਰਮੁਖੋਂ ਉਚਾਰਾ, ਅਨੰਨ ਭਗਤ ਸਾਲੋ ਮਮ ਪਿਆਰਾ। ਇਹ ਗੁਰਸਿੱਖੀ ਕੋ ਕੋਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਵੇਲੇ ਵੀ ਭਾਈ ਜੀ ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਸਰੋਵਰ ਦੀ ਸੇਵਾ ਤੋਂ ਵਿਹਲੇ ਹੋ ਕੇ ਆਪ ਜੀ ਆਪਣੇ ਨਿਵਾਸ ਸਥਾਨ ਜਿੱਥੇ ਟੋਭਾ ਭਾਈ ਸਾਲੋ ਜੀ ਚਲੇ ਜਾਂਦੇ, ਰਿਹਾਇਸ਼ ਤੇ ਬਾਹਰ ਇੱਕ ਖੂਹ ਸੀ ਜਿੱਥੇ ਆਪ ਜੀ ਰਾਹ ਜਾਂਦੇ ਰਾਹੀਆਂ ਨੂੰ ਜਲ ਛਕਾਉਂਦੇ। ਇੱਕ ਵਾਰੀ ਆਪ ਜੀ ਦੀ ਸਿਹਤ ਢਿੱਲੀ ਸੀ। ਗੁਰੂ ਅਰਜਨ ਦੇਵ ਜੀ ਆਪ ਜੀ ਦਾ ਪਤਾ ਕਰਨ ਆਏ, ਕੀਰਤਨ ਦੇ ਦੀਵਾਨ ਲੱਗੇ ਤੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਭਾਈ ਸਾਹਿਬ ਜੀ ਸਾਰੀ ਰਾਤ ਚੌਰ ਸਾਹਿਬ ਕਰਦੇ ਰਹੇ। ਜਦੋਂ ਗੁਰੂ ਜੀ ਦੀ ਸਮਾਧੀ ਖੁੱਲ੍ਹੀ ਤਾਂ ਗੁਰੂ ਜੀ ਨੇ ਵੇਖਿਆ ਭਾਈ ਸਾਲੋ ਜੀ ਸੇਵਾ ਕਰ ਰਹੇ ਹਨ। ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਕੁਝ ਮੰਗ ਲਵੋ। ਤਾਂ ਭਾਈ ਸਾਹਿਬ ਜੀ ਕਹਿੰਦੇ, ਆਪ ਜੀ ਦੀ ਮਿਹਰ ਹੈ। ਤਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਨਹੀਂ, ਕੁਝ ਮੰਗ ਲਵੋ। ਭਾਈ ਸਾਹਿਬ ਜੀ ਕਹਿਣ ਲੱਗੇ, ਜੇ ਆਪ ਤੁੱਠੇ ਹੋ ਤਾਂ ਮੰਗਾਂ ਵਾਲਾ ਖਾਨਾ ਹੀ ਖਤਮ ਕਰ ਦਿਓ। ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਜੇ ਤੁਸੀਂ ਨਹੀਂ ਮੰਗਦੇ ਤਾਂ ਅਸੀਂ ਇੱਥੇ ਸਰੋਵਰ ਦੀ ਰਚਨਾ ਕਰਵਾ ਦਿੰਦੇ ਹਾਂ। ਤਾਂ ਭਾਈ ਸਾਹਿਬ ਜੀ ਨੇ ਕਿਹਾ, ਸਰੋਵਰ ਗੁਰੂ ਘਰ ਹੀ ਸ਼ੋਭਦੇ ਹਨ, ਇਹ ਟੋਭਾ ਹੀ ਰਹਿਣ ਦਿਓ। ਹਜ਼ੂਰ ਨੇ ਪ੍ਰਸੰਨ ਹੋ ਕੇ ਕਿਹਾ, ਇਹ ਟੋਭਾ ਹੁਣ ਟੋਭਾ ਨਹੀਂ ਰਹੇਗਾ। ਜੋ ਮਾਈ ਭਾਈ ਸ਼ਰਧਾ ਨਾਲ ਆਪਣੇ ਸੁੱਕੇ ਬੱਚਿਆਂ ਨੂੰ ਇਸ਼ਨਾਨ ਕਰਵਾਉਣਗੇ ਉਹ ਹਰੇ ਭਰੇ ਹੋ ਜਾਣਗੇ। ਭਾਈ ਸਾਹਿਬ ਜੀ ਦੀ ਇਤਨੀ ਕਮਾਈ ਸੀ ਕਿ ਇੱਕ ਵਾਰੀ ਸਰੋਵਰ ਦੀ ਸੇਵਾ ਲਈ ਇੱਟਾਂ ਖਤਮ ਹੋ ਗਈਆਂ। ਉੱਤੋਂ ਮੀਂਹ ਦੀ ਝੜੀ ਲੱਗੀ ਹੋਈ ਸੀ, ਸਭ ਥਾਵਾਂ ਗਿੱਲੀਆਂ ਸਨ। ਇੱਟਾਂ ਦੇ ਆਵੇ ਲਈ ਸੁੱਕੇ ਬਾਲਣ ਦੀ ਲੋੜ ਪਈ। ਬਾਬਾ ਜੀ ਨੇ ਆਪਣੇ ਸਿਰ 'ਤੇ ਟੋਕਰੀ ਚੁੱਕ ਕੇ ਹੋਰਨਾਂ ਸੰਗਤਾਂ ਨੂੰ ਆਖਿਆ, ਚੁੱਕੋ ਟੋਕਰੀਆਂ, ਨਗਰਾਂ ਵਿੱਚੋਂ ਬਾਲਣ ਲੈ ਆਈਏ। ਬਾਬਾ ਜੀ ਦਾ ਹੁਕਮ ਸੁਣ ਕੇ ਅਨੇਕਾਂ ਸੰਗਤਾਂ ਤਿਆਰ ਹੋ ਗਈਆਂ ਤੇ ਬਾਬਾ ਜੀ ਉਹਨਾਂ ਨੂੰ ਨਾਲ ਲੈ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਗਏ ਤੇ ਆਪ ਨੇ ਹੋਕਾ ਦਿੱਤਾ, ਜੋ ਸਰੋਵਰ ਲਈ ਇੱਟਾਂ ਪਕਾਉਣ ਵਾਸਤੇ ਇੱਕ ਪਾਥੀ ਵੀ ਦੇਵੇਗਾ, ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਿੰਡਾਂ ਵਾਲਿਆਂ, ਜਿਸ ਵਿੱਚ ਕਈ ਪੁੱਤਰਾਂ ਦੀ ਦਾਤ ਤੋਂ ਵਾਂਝੇ ਸਨ, ਇੱਕ ਇੱਕ ਦੀ ਥਾਂ ਬਹੁਤੀਆਂ ਪਾਥੀਆਂ ਦਿੱਤੀਆਂ ਤੇ ਟੋਕਰੀਆਂ ਭਰ ਦਿੱਤੀਆਂ। ਪਾਥੀਆਂ ਲੈ ਕੇ ਬਾਬਾ ਜੀ ਸੰਗਤਾਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਹਾਜ਼ਰ ਹੋਏ ਤਾਂ ਜਾਣੀ ਜਾਣ ਸਤਿਗੁਰੂ ਨੇ ਬਾਬਾ ਜੀ ਨੂੰ ਆਖਿਆ, ਬੜਾ ਸਸਤਾ ਸੌਦਾ ਕਰ ਆਏ ਹੋ, ਇੱਕ ਪਾਥੀ ਪਿੱਛੇ ਇੱਕ ਪੁੱਤਰ। ਅੱਗੋਂ ਬਾਬਾ ਜੀ ਨੇ ਉੱਤਰ ਦਿੱਤਾ, ਨਹੀਂ ਮਹਾਰਾਜ, ਇਹ ਤੁਹਾਡੀ ਰਮਜ਼ ਤੇ ਬਖਸ਼ਿਸ਼ ਦੁਆਰਾ ਸੱਖੜੀਆਂ ਝੋਲੀਆਂ ਭਰੀਆਂ ਜਾਣਗੀਆਂ, ਇਹ ਤੁਹਾਡੀ ਹੀ ਕਿਰਪਾ ਹੈ। ਆਪ ਦੇ ਸੇਵਕ ਤੋਂ ਭੁੱਲ ਹੋ ਗਈ ਹੈ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ,
ਜੋ ਮਾਈ ਭਾਈ ਸੱਚੇ ਦਿਲੋਂ ਤੁਹਾਡਾ ਧਿਆਨ ਕਰਕੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ, ਉਹਨਾਂ ਦੀ ਸੱਖਣੀ ਝੋਲੀ ਭਰ ਜਾਵੇਗੀ। ਉਹ ਪੁੱਤਰ ਦੀ ਦਾਤ ਆਪ ਦੇ ਅਸਥਾਨ ਤੋਂ ਪ੍ਰਾਪਤ ਕਰਨਗੇ। ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਤੋਂ ਵਾਪਸ ਅੰਮ੍ਰਿਤਸਰ ਪੁੱਜੇ ਤਾਂ ਕੁਝ ਸਮੇਂ ਬਾਅਦ ਭਾਈ ਸਾਹਿਬ ਜੀ ਦਾ ਅਕਾਲ ਚਲਾਣਾ ਕਰ ਗਏ ਸਨ। ਭਾਈ ਸਾਲੋ ਜੀ ਦਾ ਅੰਤਮ ਸੰਸਕਾਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਜਿਹੜਾ ਸਿੱਖ ਨਿਸ਼ਕਾਮ ਅਤੇ ਨਿਸਵਾਰਥ ਹੋ ਕੇ ਗੁਰੂ ਘਰ ਸੇਵਾ ਕਰੇ, ਸਤਿਗੁਰੂ ਜੀ ਉਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਅਗਾਂਹ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।